ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ YouTube ਚੈਨਲ ਤੇ ਬੱਚੇ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਜਿਹੜੇ ਐਗਜ਼ਾਮ ਨੇ ਉਹ ਤੁਸੀਂ ਦੇਖ ਹੀ ਲਿਆ ਹੋਊਗਾ ਕਾਫੀ ਸਾਰੇ YouTube ਚੈਨਲਸ ਤੇ, ਜਾਂ ਜੇ ਕਿਸੇ ਨੂੰ ਕੋਈ ਟਰਸਟ ਹੈ ਜਾਂ ਕਿਸੇ ਨੂੰ ਕੋਈ ਵੀ ਥੋੜੀ ਜਿਹੀ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਹੀ ਕੋਈ ਵੀਡੀਓ ਬਣਾਉਂਦਾ ਹੈ ਨਾ। ਕਿ ਜਿੱਦਾਂ ਕਿ ਮੈਂ ਦੱਸਿਆ ਕਿ PSSB ਵੀ ਵੀਡੀਓ ਰੀਓਪਨ ਹੋਊਗਾ। ਹੋਰ ਆਪਣੇ ਜਿਹੜੇ ਭੈਣ ਭਰਾ ਜਿਹੜੇ ਪੜ੍ਹਾ ਰਹੇ ਆ YouTube ਚੈਨਲਾਂ ਤੇ ਉਹ ਵੀ ਇਹੀ ਦੱਸ ਰਹੇ ਕਿ ਜਿਹੜੇ ਵੀਡੀਓ ਜਿਹੜਾ ਉਹ ਰੀਓਪਨ ਹੋਊਗਾ। ਅਦਰਵਾਈਜ਼ ਜਿਹੜਾ ਆਉਣ ਵਾਲੀਆਂ ਵੈਕੈਂਸੀਜ਼ ਨੇ, ਜਿੱਦਾਂ ਕਿ ਆਉਣਗੀਆਂ ਐਕਸਾਈਜ਼ ਇੰਸਪੈਕਟਰ, ਫੂਡ ਕਾਰਪੋਰੇਸ਼ਨ ਇੰਸਪੈਕਟਰ ਜਾਂ ਫਿਰ ਨਾਇਬ ਤਹਿਸੀਲਦਾਰ ਦੀਆਂ, ਕਾਨੂੰਗੋ ਦੀਆਂ ਪੋਸਟਾਂ, ਇਹ ਸਾਰੀਆਂ ਦੀਆਂ ਸਾਰੀਆਂ ਪੋਸਟਾਂ ਜਿਹੜੀਆਂ ਨੇ ਇਹ ਰਿਕਰੂਟ ਹੋਣੀਆਂ ਨੇ। ਠੀਕ ਹੈ ਜੀ। ਤੇ ਇਹਨਾਂ ਦੇ ਵਿੱਚ ਜਿਹੜਾ GKGS ਦਾ ਪੋਰਸ਼ਨ ਹੈ ਉਹ ਮਸਟ ਹੈ, ਆਉਣਾ ਹੀ ਆਉਣਾ ਹੈ। ਚਾਹੇ ਤੁਸੀਂ ਪੰਜਾਬ GK ਦੀ ਗੱਲ ਕਰ ਲਓ, ਚਾਹੇ ਤੁਸੀਂ ਗੱਲ ਕਰ ਲਓ ਇੰਡੀਆ GK ਦੀ, ਯਾਨੀ ਕਿ ਇਹ ਪੋਰਸ਼ਨ ਜਿਹੜਾ ਹੈ ਤੁਹਾਡਾ ਆਊਗਾ ਹੀ ਆਊਗਾ। ਇਸ ਕਰਕੇ ਇਹਨਾਂ ਪੋਰਸ਼ਨਸ ਤੇ ਆਪਾਂ ਅੱਡ ਤੋਂ ਵਰਕ ਕਰ ਰਹੇ ਹਾਂ ਆਪਣੀ ਐਪਲੀਕੇਸ਼ਨ ਤੇ। ਐਪਲੀਕੇਸ਼ਨ 360 ਡਿਗਰੀ ਜੋਬ ਟਾਰਗੇਟ, ਡਿਸਕ੍ਰਿਪਸ਼ਨ 'ਚ ਲਿੰਕ ਮਿਲ ਜੂਗਾ। ਇਹਨਾਂ ਕਲਾਸਿਸ ਵਾਸਤੇ ਅੱਜ 2 ਦਿਨ ਆਪਾਂ ਡੈਮੋ ਕਲਾਸਿਸ ਦੇਵਾਂਗੇ। ਪੋਲਿਟੀ ਦੀ ਸ਼ੁਰੂ ਕਰਾਂਗੇ ਡੈਮੋ ਤੇ ਪੰਜਾਬ GK ਦੀ ਡੈਮੋ ਕਲਾਸ ਦੇਵਾਂਗੇ। 2 ਦਿਨ ਡੈਮੋ ਕਲਾਸ YouTube ਤੇ ਬਿਲਕੁਲ ਫ੍ਰੀ ਚੱਲੂਗੀ। ਜੇ ਉਸ ਤੋਂ ਬਾਅਦ ਤੁਹਾਡੀ ਇੱਛਾ ਹੋਏ ਤਾਂ ਤੁਸੀਂ ਐਪਲੀਕੇਸ਼ਨ ਤੇ ਜਾ ਕੇ 360 ਡਿਗਰੀ ਜੋਬ ਟਾਰਗੇਟ, ਡਿਸਕ੍ਰਿਪਸ਼ਨ 'ਚ ਲਿੰਕ ਹੈ, ਤੁਸੀਂ ਕੋਰਸ ਪਰਚੇਜ ਕਰ ਸਕਦੇ ਹੋ। ਬਟ ਆਹ 2 ਕਲਾਸਿਸ ਤੁਸੀਂ ਜ਼ਰੂਰ ਦੇਖਿਓ, ਇਹ ਤੁਹਾਨੂੰ ਕਾਫੀ ਬੈਨੀਫੀਸ਼ੀਅਲ ਰਹਿਣਗੇ। ਜੇ ਤੁਸੀਂ ਕੋਰਸ ਪਰਚੇਜ ਨਹੀਂ ਵੀ ਕਰਨਾ ਫਿਰ ਵੀ ਬੈਨੀਫਿਟ ਦੇਣਗੀਆਂ, ਉਮੀਦ ਹੈ ਤੁਸੀਂ ਦੇਖੋਗੇ। ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੋਲਿਟੀ ਦੀ। ਤਾਂ ਪੋਲਿਟੀ ਦੀ ਜੇ ਆਪਾਂ ਇੰਡੀਅਨ ਪੋਲਿਟੀ ਦੀ ਗੱਲ ਕਰੀਏ ਤਾਂ GK ਦੇ ਵਿੱਚ ਕਾਫੀ ਵਧੀਆ ਜਿਹੜਾ ਰੋਲ ਪਲੇ ਕਰਦੀ ਹੈ ਉਹ ਇੰਡੀਅਨ ਪੋਲਿਟੀ ਕਰਦੀ ਹੈ। GS ਦੇ ਵਿੱਚ ਕਾਫੀ ਵਧੀਆ ਜਿਹੜਾ ਰੋਲ ਪਲੇ ਕਰਦੀ ਹੈ ਉਹ ਇੰਡੀਅਨ ਪੋਲਿਟੀ ਕਰਦੀ ਹੈ, ਕਿਉਂਕਿ ਇੰਟਰਸਟਿੰਗ ਟੌਪਿਕ ਹੈ। ਗੌਰਮੈਂਟ ਵੀ ਇਹਦੇ ਤੋਂ ਜਿਹੜੇ ਕੁਐਸਚਨਸ ਬਣਦੇ ਨੇ, ਗੌਰਮੈਂਟ ਵੀ ਕੁਐਸਚਨਸ ਜਿਹੜੇ ਨੇ ਉਹ ਪੁੱਟ ਕਰਦੀ ਰਹਿੰਦੀ ਹੈ। ਠੀਕ ਹੈ। ਤਾਂ ਇੰਡੀਅਨ ਪੋਲਿਟੀ ਜਿਹੜਾ ਉਹ ਕਾਫੀ ਵਧੀਆ ਜਿਹੜਾ ਟੌਪਿਕ ਹੈਗਾ ਅੱਜ ਦੇ ਟਾਈਮ ਤੇ, ਕਾਫੀ ਵਧੀਆ ਟੌਪਿਕ ਹੈ। ਤੇ ਉਹਦੇ ਵਿੱਚ ਮੇਨ ਜਿਹੜਾ ਆਪਣਾ ਸਬਜੈਕਟ ਹੈਗਾ ਉਹ ਹੈਗਾ ਸੰਵਿਧਾਨ। ਠੀਕ ਹੈ। ਯਾਨੀ ਕਿ ਤੁਸੀਂ ਗੱਲ ਕਰ ਸਕਦੇ ਹੋ ਇੰਡੀਅਨ ਕੌਂਸਟੀਟਿਊਸ਼ਨ ਦੀ, ਇੰਡੀਅਨ ਕੌਂਸਟੀਟਿਊਸ਼ਨ ਦੀ। ਜੇ ਆਪਾਂ ਇੰਡੀਅਨ ਕੌਂਸਟੀਟਿਊਸ਼ਨ ਦੀ ਗੱਲ ਕਰੀਏ ਬੱਚੇ, ਤਾਂ ਇੰਡੀਅਨ ਕੌਂਸਟੀਟਿਊਸ਼ਨ ਜਿਹੜਾ ਹੈਗਾ ਉਹ ਬਣਿਆ ਕਿਉਂ, ਉਹਦੀ ਲੋੜ ਕਿਉਂ ਪਈ। ਠੀਕ ਹੈ। ਨਹੀਂ ਤਾਂ ਸਰਕਾਰਾਂ ਰੂਲ ਕਰ ਰਹੀਆਂ ਨੇ, ਐਵੇਂ ਦੇ ਐਵੇਂ ਸਰਕਾਰ ਜਿਹੜੀ ਉਹ ਰੂਲ ਕਰਦੀ ਰਹਿੰਦੀ। ਕਿਉਂ ਬਣੀਆਂ ਕੌਂਸਟੀਟਿਊਸ਼ਨ, ਕਿਉਂ ਬਣਿਆ, ਉਹਦਾ ਰੀਜ਼ਨ ਕੀ ਹੈ। ਦੇਖੋ, ਅੱਡ-ਅੱਡ ਸਰਕਾਰਾਂ ਆਉਂਦੀਆਂ ਆਪਣੇ ਇੱਥੇ, ਸਮਝ ਆ ਰਹੀ ਹੈ। BJP, ਕਾਂਗਰਸ, ਹੋਰ ਵੀ ਜਿਹੜੀਆਂ ਗੌਰਮੈਂਟਸ ਨੇ ਸਟੇਟਸ ਦੇ ਵਿੱਚ ਅੱਡ-ਅੱਡ ਗੌਰਮੈਂਟ ਨੇ। ਜਿੱਦਾਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਆਪਣੇ ਭਗਵੰਤ ਮਾਨ ਸਰਕਾਰ ਚੱਲ ਰਹੀ ਹੈ। ਠੀਕ ਹੈ। ਤਾਂ ਅੱਡ-ਅੱਡ ਗੌਰਮੈਂਟਸ ਨੇ। ਤਾਂ ਹੁਣ ਐਵੇਂ ਦੇਖਣਾ ਹੈ ਕਿ ਕਿਹੜੀ ਗੌਰਮੈਂਟ ਜਿਹੜੀ ਹੈ ਕਿਵੇਂ ਰੂਲ ਕਰਦੀ ਹੈ। ਹਰ ਕਿਸੇ ਦੇ ਇੱਕ ਫਿਕਸ ਰੂਲ ਨੇ, ਉਹ ਫਿਕਸ ਰੂਲ ਕਿਤੇ ਦੇ ਰੱਖੇ ਨੇ ਕੌਂਸਟੀਟਿਊਸ਼ਨ 'ਚ। ਕੌਂਸਟੀਟਿਊਸ਼ਨ ਕੀ ਸਿਖਾਉਂਦਾ ਆਪਾਂ ਨੂੰ ਕਿ ਕਿਸ ਅਕੋਰਡਿੰਗ ਰੂਲ ਹੋਊਗਾ। ਇੰਡੀਆ ਦੇ ਵਿੱਚ ਰੂਲ ਕਰਨ ਦਾ ਤਰੀਕਾ ਕੀ ਹੈ ਉਹ ਆਪਾਂ ਨੂੰ ਕੌਣ ਦੱਸਦਾ ਹੈ, ਕੌਂਸਟੀਟਿਊਸ਼ਨ ਦੱਸਦਾ ਹੈ। ਸਰਕਾਰਾਂ ਜਿੰਨਾ ਵੀ ਵਰਕ ਕਰ ਰਹੀਆਂ ਨੇ ਉਹ ਕੌਂਸਟੀਟਿਊਸ਼ਨ ਦੇ ਅਕੋਰਡਿੰਗ ਵਰਕ ਕਰ ਰਹੀਆਂ। ਬਿਕੋਜ਼ ਜਿੰਨੀਆਂ ਵੀ ਬੋਡੀਜ਼ ਨੇ, ਜਿੱਦਾਂ ਕਿ ਪ੍ਰੈਜ਼ੀਡੈਂਟ ਦੀ ਪੋਸਟ ਹੈ, ਪ੍ਰਾਈਮ ਮਿਨਿਸਟਰ ਦੀ ਪੋਸਟ ਹੈ, ਚੀਫ ਮਿਨਿਸਟਰ ਦੀ ਪੋਸਟ ਹੈ, ਗਵਰਨਰ ਦੀ ਪੋਸਟ ਹੈ, ਇਹ ਸਾਰੀਆਂ ਦੀਆਂ ਪੋਸਟਾਂ ਜਿਹੜੀਆਂ ਨੇ ਡਿਫਾਈਨ ਨੇ, ਉਹ ਕਿੱਥੇ ਨੇ, ਸੰਵਿਧਾਨ ਦੇ ਵਿੱਚ ਨੇ। ਤਾਂ ਆਪਣੇ ਤੋਂ ਪੁੱਛਿਆ ਜਾਏ ਕਿ ਸੰਵਿਧਾਨ ਦੀ ਲੋੜ ਕਿਉਂ ਪਈ, ਸੰਵਿਧਾਨ ਦੀ ਲੋੜ ਕਿਉਂ ਪਈ, ਸੰਵਿਧਾਨ ਦੀ ਲੋੜ ਹੋਣ ਦਾ ਰੀਜ਼ਨ ਕੀ ਹੈ ਕਿ ਸਰਕਾਰਾਂ ਤਾਨਾਸ਼ਾਹੀ ਨਾ ਕਰਨ, ਸਰਕਾਰਾਂ ਰੂਲ ਕਿਵੇਂ ਕਰਨਗੀਆਂ, ਆਉਣ ਵਾਲੇ ਸਮੇਂ ਵਿੱਚ ਸਰਕਾਰ ਰੂਲ ਕਿਵੇਂ ਕਰੂਗੀ, ਇਹ ਕੌਣ ਸਿਖਾਉਂਦਾ ਆਪਾਂ ਨੂੰ, ਇਹ ਸਿਖਾਉਂਦਾ ਹੈ ਜੀ ਕੌਂਸਟੀਟਿਊਸ਼ਨ। ਸਮਝ ਆ ਗਈ ਗੱਲ। ਹੁਣ ਟੌਪਿਕਸ ਬਹੁਤ ਸਾਰੇ ਨੇ, ਟੌਪਿਕ ਸਟਾਰਟ ਕਰਨ ਦੇ ਤਰੀਕੇ ਬਹੁਤ ਸਾਰੇ ਨੇ। ਟੌਪਿਕ ਨੂੰ ਜੇ ਮੈਂ ਪੋਲਿਟੀ ਸਟਾਰਟ ਕਰਾਂ ਤਾਂ ਮੈਂ ਇੱਥੋਂ ਵੀ ਸਟਾਰਟ ਕਰ ਲਾਂ, ਕੌਂਸਟੀਟਿਊਸ਼ਨਲ ਡਿਵੈਲਪਮੈਂਟ ਆਫ ਇੰਡੀਆ, ਕਿ ਕਿਵੇਂ ਕਿਵੇਂ ਕੌਂਸਟੀਟਿਊਸ਼ਨ ਜਿਹੜਾ ਉਹ ਡਿਵੈਲਪ ਹੋਇਆ ਸੀ, ਅੰਗਰੇਜ਼ ਇੰਡੀਆ 'ਚ ਕਿਵੇਂ ਆਏ ਸੀ, ਉਹ ਆਪਾਂ ਨੂੰ ਕੀ ਕੁਝ ਸਿਖਾ ਕੇ ਗਏ, ਇੱਥੋਂ ਕੀ ਕੁਝ ਲੈ ਕੇ ਗਏ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਆਪਾਂ ਸ਼ੁਰੂ ਕਰ ਸਕਦੇ ਹਾਂ। ਬਟ ਜਿਹੜੀ ਮੇਨ ਪੋਲਿਟੀ ਸ਼ੁਰੂ ਹੁੰਦੀ ਹੈ ਵਿਦਆਊਟ ਹਿਸਟਰੀ, ਉਹ ਕਿੱਥੋਂ ਸ਼ੁਰੂ ਹੁੰਦੀ ਹੈ, ਕੌਂਸਟੀਟਿਊਸ਼ਨਲ ਅਸੈਂਬਲੀ ਤੋਂ। ਕਿੱਥੋਂ ਸ਼ੁਰੂ ਹੁੰਦੀ ਹੈ, ਕੌਂਸਟੀਟਿਊਸ਼ਨਲ ਅਸੈਂਬਲੀ ਤੋਂ ਸ਼ੁਰੂ ਹੁੰਦੀ ਹੈ ਜੀ। ਕਿੱਥੋਂ ਸ਼ੁਰੂ ਹੁੰਦੀ ਹੈ, ਕੌਂਸਟੀਟਿਊਸ਼ਨਲ ਅਸੈਂਬਲੀ, ਯਾਨੀ ਤੁਸੀਂ ਕਹਿ ਸਕਦੇ ਹੋ ਸੰਵਿਧਾਨ ਸਭਾ। ਠੀਕ ਹੈ, ਸੰਵਿਧਾਨ ਸਭਾ। ਬਟ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਬੇਸਿਕ ਚੀਜ਼ਾਂ ਕਰਾਂਗੇ। ਹੁਣ ਦੇਖੋ, ਕੌਂਸਟੀਟਿਊਸ਼ਨ ਬਣਾਤਾ,
ठीक है कॉन्स्टिट्यूशन बनाता कॉन्स्टिट्यूशन जिहड़ा है वो बहुत तरीके नाल बनाया गया है अपने इत्थे जे आपां गल करिए किन्ने संविधानिक निकाय ने किन्नियां कॉन्स्टिट्यूशनल बॉडीज ने तां कॉन्स्टिट्यूशनल बॉडीज दी आपां गल करिए तां कॉन्स्टिट्यूशनल बॉडीज जिहड़ियां अपनियां इत्थे ने ओह हैगियां ने 3 कॉन्स्टिट्यूशनल बॉडीज जिहड़ियां ने वो 3 ने कोई दस सकता है किहड़ियां 3 ने अपने दिमाग च सोच के दस दो कि किहड़ियां 3 बॉडीज ने कॉन्स्टिट्यूशनल बॉडीज जिन्हां नूं कहा जांदा है जिन्हां नूं कॉन्स्टिट्यूशनल बॉडीज कहा जांदा है जिन्हां दे विच पावर शेयरिंग चलदी है बच्चे जिन्हां विच की चलदी है पावर शेयरिंग की चलदी है पावर शेयरिंग यानी कि पावर दी शेयरिंग है कोई आप दे विच राजा नहीं हैगा कि कह दे कि मेरा तो कल्ले दा ही राज है इंडिया दे विच जिवें प्रधानमंत्री मोदी कह दे कि मेरा ही राज है ना वो चीज़ नहीं हैगी प्रधानमंत्री मोदी प्रधानमंत्री जरूर है बट ओदा कल्ले दा राज नहीं हैगा ये एक्चुअल गल है देखो मेरी गल सुनो 3 कॉन्स्टिट्यूशनल बॉडीज ने ठीक है 3 कॉन्स्टिट्यूशनल बॉडीज ने केड़ियां ने फर्स्ट जेडी कॉन्स्टिट्यूशनल बॉडी है अपनी वो केड़ी है जे मैं इत्थे गल करा सैकेंड ते थर्ड पहली जेडी है वो है एग्जीक्यूटिव ठीक है एग्जीक्यूटिव ठीक पहली जेडी है वो केड़ी है एग्जीक्यूटिव दूजी मैं कहदा लैजिस्लेटिव लैजिस्लेटिव ते थर्ड जेडी है वो है जुडिशरी ठीक ठीक है जिन्हों तुसी की कहने हो न्यायपालिका 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 ठीक है ते जेड़ा लैजिस्लेटिव है वो की है विधानपालिका ते जेड़ा एग्जीक्यूटिव है वो अपना की है कार्यकारी संस्था कार्यकारी पालिका हुण कम की है ना तिन्हां दा की कम कर रही ने जेड़ी अपनी विधानपालिका है जेड़ी अपनी लैजिस्लेटिव है जेड़ी अपनी विधानपालिका है जेड़ा अपना लैजिस्लेटिव है एक ही करती ने टू मेक्स रूल यानी कि रूल्स बनाने का काम करदियां ने एक ही करदियां ने टू मेक्स रूल यानी कि रूल्स कौन बनाता है लैजिस्लेटिव विधानपालिका बनाती है रूल्स कौन बनाती है विधायिका यानी विधानपालिका एग्जीक्यूटिव की गल करिए ये करते ने अप्लाई रूल टू अप्लाई रूल ते आ जेड़ा काम करते ने टू एक्सप्लेन रूल्स किद्दां भाई समझ आई कि नहीं गल मैं कहा कि विधानपालिका टू मेक्स रूल बनाउणगे कार्यपालिका एग्जीक्यूटिव टू अप्लाई रूल जिद्दां ए रूल्स बने ने उन्हां दे अकॉर्डिंग वर्क करनगे हुण ये दोनों दे दोनों एग्जीक्यूटिव ते लैजिस्लेटिव एक दूसरे नाल जुड़े हुए ने किवें जुड़े हुए ने वो देखते हैं सब तो पहला आपां ये जानांगे कि एग्जीक्यूटिव दे मैंबर किहड़े हुंदे ने फिर आपां ये जानांगे लैजिस्लेटिव दे मैंबर की होणगे जुडिशरी तुहानूं पता ही है सुप्रीम कोर्ट जुडिशरी दा सब तो हैड है तुहानूं पता जिहड़े जज वकील हुंदे ने वो जुडिशरी दा पार्ट हुंदे ने बट कन्फ्यूजन रहिंदी है इन्हां दोनां दे विच एग्जीक्यूटिव ते लैजिस्लेटिव दे विच जे मैं गल करां कि एग्जीक्यूटिव की हुंदा है जे मैं किहदी गल करां एग्जीक्यूटिव की हुंदा है तां एग्जीक्यूटिव बच्चे की हुंदा है एग्जीक्यूटिव हुंदा जिहड़े रूल्स बनाते हैं जिद्दां कि जेड़े कि अपलाई करते हैं रूल नूं जिद्दां कि अपने एट प्रेजेंट सेंटर दे विच गवर्नमेंट है बीजेपी गवर्नमेंट किहड़ी गवर्नमेंट है बीजेपी तां बीजेपी दे जिन्ने भी मंत्रिमंडल दे सदस्य ने मंत्रिमंडल दे मैंबर ने वो सारे एग्जीक्यूटिव दे मैंबर होणगे पार्लीमेंट नाल इन्हां दा लिंक हुंदा है क्योंकि ये की सारे दे सारे की हुंदे ने मैंबर ऑफ पार्लीमेंट आ भी हुंदे ने फिर मैंबर ऑफ पार्लीमेंट दा जेड़े रूल्स बना रहे ने वो भी हुंदे ने बट जरूरी नहीं है कि एक गवर्नमेंट जिहड़ी मौजूद गवर्नमेंट है ओदे मैंबर होण होर किसी गवर्नमेंट दे भी हो सकते ने जिद्दां कि भगवंत मान MP सीगा पिछे MP सीगा लोक सभा दे विच कि वो बीजेपी दा सीगा नहीं सीगा ना रूल्स ਤਾਂ ਉਹ ਵੀ ਬਣਾ ਰਿਹਾ ਉਹਦੇ ਸਿਗਨੇਚਰ ਵੀ ਚਾਹੀਦੇ ਨੇ ਉਹਦੀ ਸਹਿਮਤੀ ਹੈ ਜਾਂ ਨਹੀਂ ਇਹ ਮੀਨਿੰਗ ਰੱਖਦੀ ਹੈ ਯਾਨੀ ਕਿ ਇੱਥੇ ਵਿਧਾਨਪਾਲਿਕਾ ਜਾਊਗਾ ਸਿਗਨੇਚਰ ਹੋਣਗੇ ਬਟ ਉਹ ਐਗਜ਼ੀਕਿਊਟਿਵ ਨਹੀਂ ਹੈ ਉਹ ਰੂਲਸ ਨੂੰ ਅਪਲਾਈ ਨਹੀਂ ਕਰ ਪਾਊਗਾ ਬਿਕੋਜ਼ ਉਹ ਮੌਜੂਦਾ ਗਵਰਨਮੈਂਟ ਦਾ ਮੈਂਬਰ ਹੈ ਨਹੀਂ ਜਿਵੇਂ ਕਿ ਸੈਂਟਰ ਦੇ ਵਿੱਚ ਬਜਟ ਪੇਸ਼ ਹੋਇਆ
ਬਜਟ ਪੇਸ਼ ਹੋਇਆ, ਬਜਟ ਤੇ ਸਾਰੀ ਦੀ ਸਾਰੀ ਡਿਸਕਸ਼ਨ ਹੋਈ, ਲੈਜਿਸਲੇਟਿਵ ਨੇ ਡਿਸਕਸ਼ਨ ਕਰੀ, ਇਹਨਾਂ ਨੇ ਜਿਹੜੇ ਰੂਲਸ ਬਣਾਏ ਸੀ ਉਸ ਦੇ ਅਕੋਰਡਿੰਗ ਬਜਟ ਆਇਆ। ਬਟ ਉਹਤੇ ਤੇ ਬਜਟ ਤੇ ਬਹਿਸ ਕਰਨ ਦਾ ਅਧਿਕਾਰ ਤਾਂ ਹੈਗਾ ਇਹਨਾਂ ਨੂੰ ਕਿ ਜੇ ਕੋਈ ਚੀਜ਼ ਠੀਕ ਨਹੀਂ ਲੱਗਦੀ, ਬਟ ਅਪਲਾਈ ਕੌਣ ਕਰੂਗਾ ਬਜਟ, ਲੈ ਕੇ ਕੌਣ ਆਊਗਾ ਬਜਟ? ਮੌਜੂਦਾ ਗਵਰਨਮੈਂਟ ਦੇ ਮੰਤਰੀ। ਸਮਝ ਆ ਗਈ ਹੈ ਨਾ ਇੰਨੀ ਚੀਜ਼? ਠੀਕ ਹੈ ਨਾ, ਕਲੀਅਰ ਹੈ ਇੰਨੀ ਗੱਲ? ਯਾਨੀ ਕਿ ਜਿਹੜੇ ਮੌਜੂਦਾ ਗਵਰਨਮੈਂਟ ਦੇ ਮੈਂਬਰ ਹੁੰਦੇ ਨੇ ਉਹ ਐਗਜ਼ੀਕਿਊਟਿਵ ਦਾ ਪਾਰਟ ਹੁੰਦੇ ਨੇ, ਬਟ ਲੈਜਿਸਲੇਟਿਵ ਜਿਹੜੇ ਹੁੰਦੇ ਨੇ, ਜਿਹੜੇ ਮੈਂਬਰ ਆਫ ਪਾਰਲੀਮੈਂਟ, ਸਾਰੇ ਦੇ ਸਾਰੇ ਲੈਜਿਸਲੇਟਿਵ ਦਾ ਪਾਰਟ ਹੁੰਦੇ ਨੇ। ਠੀਕ ਹੈ, ਨਿਆਂਪਾਲਿਕਾ। ਹੁਣ ਇਹ ਤਿੰਨੋਂ ਦੇ ਤਿੰਨੋਂ ਇੱਕ ਦੂਸਰੇ ਨੂੰ ਸੀਮਿਤ ਕਰਦੇ ਆ। ਠੀਕ ਹੈ, ਲਿਮਿਟਿੰਗ ਪਾਵਰ ਹੁੰਦੀ ਹੈ ਇਹਨਾਂ ਦੀ। ਜਿੱਦਾਂ ਕਿ ਮੈਂ ਬੋਲਾਂ ਕਿ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੁੰਦਾ, ਪ੍ਰੈਜ਼ੀਡੈਂਟ ਜਿਹੜਾ ਹੁੰਦਾ ਉਹ ਹੈਡ ਆਫ ਸਟੇਟਸ ਹੁੰਦਾ ਤੇ ਐਗਜ਼ੀਕਿਊਟਿਵ ਹੈਡ ਹੁੰਦਾ। ਐਗਜ਼ੀਕਿਊਟਿਵ ਦਾ ਹੈਡ ਕੌਣ ਹੁੰਦਾ? ਪ੍ਰੈਜ਼ੀਡੈਂਟ। ਬਟ ਉਹਦੀਆਂ ਪਾਵਰਸ ਵੀ ਲਿਮਿਟਸ ਨੇ, ਉਹਨਾਂ ਦੀਆਂ ਪਾਵਰਸ ਨੂੰ ਲਿਮਿਟ ਕੌਣ ਕਰਦੇ ਆ? ਆਪਣਾ ਆਰਟੀਕਲ ਨੰਬਰ 61। ਆਰਟੀਕਲ ਨੰਬਰ 61 ਦੇ ਅਕੋਰਡਿੰਗ ਜੇ ਪ੍ਰੈਜ਼ੀਡੈਂਟ ਕਨਸਟੀਟਿਊਸ਼ਨ ਦੇ ਕਿਸੇ ਗੱਲ ਨੂੰ ਨਹੀਂ ਮੰਨਦਾ, ਕਨਸਟੀਟਿਊਸ਼ਨ ਦੀ ਕਿਸੇ ਗੱਲ ਦੇ ਵਿਰੁੱਧ ਕੰਮ ਕਰਦਾ ਹੈ, ਤਾਂ ਪ੍ਰੈਜ਼ੀਡੈਂਟ ਨੂੰ ਉਹਦੀ ਪੋਸਟ ਤੋਂ ਹਟਾਇਆ ਜਾ ਸਕਦਾ ਹੈ। ਆਰਟੀਕਲ ਨੰਬਰ 61 ਦੇ ਅਕੋਰਡਿੰਗ ਪ੍ਰੈਜ਼ੀਡੈਂਟ ਨੂੰ ਉਹਦੀ ਪੋਸਟ ਤੋਂ ਹਟਾਇਆ ਜਾ ਸਕਦਾ ਹੈ, ਆਰਟੀਕਲ ਨੰਬਰ 61 ਦੇ ਅਕੋਰਡਿੰਗ। ਸਮਝ ਰਹੇ ਹੋ ਇੰਨੀ ਚੀਜ਼ ਕਿ ਨਹੀਂ? ਕਲੀਅਰ ਹੈ ਇੰਨੀ ਗੱਲ ਕਿ ਨਹੀਂ? ਠੀਕ ਹੈ, ਤਾਂ ਇਸ ਕਰਕੇ ਹੁਣ ਜਿੱਦਾਂ ਕਿ ਮੈਂ ਕਹਾਂ ਕਿ ਆ ਸਰਕਾਰ ਆਪਦੀ ਮਨਮਾਨੀ ਕਰਕੇ ਕੰਮ ਕਰਦੀ ਜਾਊਗੀ, ਐਵੇਂ ਕੁਝ ਵੀ ਨਹੀਂ ਹੈ। ਠੀਕ ਹੈ, ਅੰਦਰੋਂ ਅੰਦਰੀ ਸਭ ਕੁਝ ਚੱਲਦਾ, ਬਟ ਰਿਐਲਿਟੀ 'ਚ ਕੁਝ ਨਹੀਂ ਹੈ ਐਵੇਂ ਦਾ ਕਿ ਸਾਰੇ ਦੇ ਸਾਰੇ ਕਨਸਟੀਟਿਊਸ਼ਨ 'ਚ ਲਿਖੇ ਹੋਏ ਰੂਲਸ ਦੇ ਅਕੋਰਡਿੰਗ ਜਿਹੜਾ ਵਰਕ ਹੁੰਦਾ ਉਹ ਅੱਡ ਗੱਲ ਹੈ ਕਿ ਅੱਜ ਦਾ ਜਿਹੜਾ ਕਾਮਨ ਪਰਸਨ ਹੈ ਉਹਨੂੰ ਕਨਸਟੀਟਿਊਸ਼ਨ ਵਿੱਚ ਲਿਖੇ ਹੋਏ ਰੂਲਸ ਦਾ ਪਤਾ ਹੀ ਨਹੀਂ ਹੈਗਾ ਕਿ ਸਾਡੇ ਫੰਡਾਮੈਂਟਲ ਰਾਈਟਸ ਕੀ ਨੇ, ਇਹ ਸਾਨੂੰ ਨਹੀਂ ਪਤਾ। ਹੋਰ ਕੀ ਜਾਣ ਸਕਦੇ ਹੋ ਫਿਰ ਤੁਸੀਂ ਇਸ ਚੀਜ਼ ਬਾਰੇ? ਜਦੋਂ ਆਪਾਂ ਨੂੰ ਆਪਣੇ ਫੰਡਾਮੈਂਟਲ ਰਾਈਟਸ ਹੀ ਨਹੀਂ ਪਤਾ ਤਾਂ ਫਿਰ ਹੋਰ ਕੀ ਕਹਿ ਸਕਦੇ ਆਪਾਂ ਕਿ ਹੋਰ ਕੀ ਨੌਲੇਜ ਹੋਣੀ ਚਾਹੀਦੀ ਹੈ? ਇਸ ਕਰਕੇ ਪੋਲਿਟੀ ਬਹੁਤ ਇੰਪੋਰਟੈਂਟ ਸਬਜੈਕਟ ਹੈ ਤੇ ਉਹਨੂੰ ਬਰੀਕੀ ਤੋਂ ਪੜ੍ਹਨਾ ਚਾਹੀਦਾ ਹੈ। ਤਾਂ ਹੀ ਮੈਂ ਕਿਹਾ ਕਿ ਪੋਲਿਟੀ ਤੋਂ ਆਪਾਂ ਇੱਕ ਅੱਡ ਤੋਂ ਵੀ ਕੋਰਸ ਲੈ ਕੇ ਆ ਰਹੇ ਹਾਂ। 149 ਰੁਪੀਜ਼ ਦਾ ਪੋਲਿਟੀ ਦਾ ਕੋਰਸ ਹੈ। ਠੀਕ ਹੈ, 149 ਰੁਪੀਜ਼ ਦਾ ਪੋਲਿਟੀ ਦਾ ਕੋਰਸ ਹੈ, ਤੁਸੀਂ ਜਾ ਕੇ ਉਹ ਪਰਚੇਜ ਕਰੋ। ਤੇ ਜਿਹਨੇ ਵੀਡੀਓ ਦਾ ਕੋਰਸ ਲੈਣਾ ਹੈ ਉਹ 199 ਦਾ। ਇਹਦੇ ਵਿੱਚ ਪ੍ਰੀਸਾਈਜ਼ ਪੋਲਿਟੀ ਚੱਲੂਗੀ, 149 ਵਾਲੇ ਕੱਲਾ ਪੋਲਿਟੀ ਦੇ ਤਾਂ ਓਬਵੀਅਸ ਜੀ ਗੱਲ ਹੈ ਕਿ ਐਕਸਪਲੇਨਡ ਵਿੱਚ ਹੋਊਗੀ। ਠੀਕ ਹੈ, ਕਲੀਅਰ ਹੈ ਇੰਨੀ ਗੱਲ? ਤੇ ਆ ਹੋ ਗਿਆ ਆਪਣੀਆਂ ਕਨਸਟੀਟਿਊਸ਼ਨਲ ਬੋਡੀਜ਼ ਨੇ। ਠੀਕ ਹੈ, ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਿ ਇਹਨਾਂ ਨੂੰ ਬਣਾਉਣ ਵਾਸਤੇ ਸੰਵਿਧਾਨ ਕਿਵੇਂ ਬਣਿਆ, ਸੰਵਿਧਾਨ ਨੇ ਕਿਵੇਂ ਕੰਮ ਕਰਿਆ। ਸੰਵਿਧਾਨ ਦੀ ਜੇ ਆਪਾਂ ਗੱਲ ਕਰੀਏ, ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਕਨਸਟੀਟਿਊਸ਼ਨ ਦੀ ਡਿਮਾਂਡ ਸਭ ਤੋਂ ਪਹਿਲਾਂ, ਠੀਕ ਹੈ, ਓਰਲ ਵਿੱਚ ਇੱਕ ਕਹਿੰਦੇ ਨਾ ਆਪਾਂ ਮੌਖਿਕ ਰੂਪ ਚ ਸਿਰਫ ਕਹਿਤਾ, ਅਨਾਉਂਸਮੈਂਟ ਕਰਤੀ, ਉਹ ਕਿਹਨੇ ਕਰੀ ਸੀ? ਬਾਲ ਗੰਗਾਧਰ ਤਿਲਕ ਨੇ। ਬਾਲ ਗੰਗਾਧਰ ਤਿਲਕ ਨੇ ਕਨਸਟੀਟਿਊਸ਼ਨਲ ਅਸੈਂਬਲੀ ਦੀ ਡਿਮਾਂਡ ਕਰੀ ਸੀਗੀ। ਬਾਲ ਗੰਗਾਧਰ ਤਿਲਕ ਨੇ ਕਨਸਟੀਟਿਊਸ਼ਨਲ ਅਸੈਂਬਲੀ ਦੀ ਡਿਮਾਂਡ ਕਰੀ ਸੀ 1895 ਦੇ ਵਿੱਚ। 1895 ਦੇ ਵਿੱਚ ਕਰੀ ਸੀ। ਕਦੋਂ ਕਰੀ ਸੀ ਜੀ? 1895 ਦੇ ਵਿੱਚ। ਉਸ ਤੋਂ ਬਾਅਦ ਆਫੀਸ਼ੀਅਲ ਡਿਮਾਂਡ ਜਿਹੜੀ ਸੀਗੀ ਉਹ ਕਰੀ ਗਈ ਲਗਭਗ 1934 ਜਾਂ 35 ਦੇ ਅਰਾਊਂਡ ਕਰੀ ਗਈ ਸੀ MN ਰੋਏ ਦੇ ਦੁਆਰਾ। MN ਰੋਏ ਨੇ ਕਰੀ ਸੀ। ਕਿਹਨੇ ਕਰੀ ਸੀ? ਮਨਿੰਦਰ ਨਾਥ। ਮਨਿੰਦਰ, ਇਹਦੀ ਫੁੱਲ ਫਾਰਮ ਵੈਸੇ ਆਉਂਦੀ ਨਹੀਂ ਪੇਪਰ ਦੇ ਵਿੱਚ, ਲੋੜ ਨਹੀਂ ਹੈਗੀ, ਬਟ ਫਿਰ ਵੀ ਕਈ ਲੋਕਾਂ ਦਾ ਜਾਣਨ ਦੀ ਇੱਛਾ ਹੁੰਦੀ ਹੈ ਤਾਂ ਮਨਵਿੰਦਰ ਨਾਥ ਰੋਏ। ਠੀਕ ਹੈ, ਮਨਵਿੰਦਰ ਨਾਥ ਰੋਏ ਨੇ ਕੀਤੀ ਸੀ। ਕਿਹਨੇ ਕੀਤੀ ਸੀ ਜੀ? ਮਨਵਿੰਦਰ ਨਾਥ ਰੋਏ ਨੇ ਕੀਤੀ ਸੀ। ਕਲੀਅਰ ਹੈ ਇੰਨੀ ਗੱਲ? 1934 ਦੇ ਵਿੱਚ। ਹੁਣ ਆਪਾਂ ਕਿਹਾ ਕਿ ਸਾਨੂੰ ਕਨਸਟੀਟਿਊਸ਼ਨਲ ਅਸੈਂਬਲੀ ਚਾਹੀਦੀ ਹੈ। ਹੁਣ ਆਪਣੇ ਤੇ ਰਾਜ ਕੌਣ ਕਰ ਰਹੇ ਸੀ? ਅੰਗਰੇਜ਼। ਹੋ ਗਏ ਇੰਨੇ ਲੰਡੂ ਪੰਜੂ ਸੀਗੇ ਜੀ, ਕਹਿ ਦੇਣਗੇ ਵੀ ਆ ਜਾਓ ਜੀ, ਮੈਂ ਤੁਹਾਨੂੰ ਅਸੀਂ ਕਰਵਾ ਦਿੰਨੇ ਆ ਜੀ, ਆ ਜਾਓ ਜੀ, ਤੁਹਾਨੂੰ ਝੋਲੀ 'ਚ ਪਾ ਦਿੰਨੇ ਆ ਸੰਵਿਧਾਨ। ਠੀਕ ਹੈ, ਤੁਸੀਂ ਬਣਾਓ ਜਿਸ ਤਰੀਕੇ ਨਾਲ ਤੁਸੀਂ ਬਣਾਉਣਾ ਚਾਹੁੰਦੇ ਹੋ। ਅੰਗਰੇਜ਼ ਬਹੁਤ ਚਲਾਕ ਸੀਗੇ, ਬਹੁਤ ਚਲਾਕੀਆਂ ਨਾਲ ਕੰਮ ਲਿਆ ਔਰ ਬਹੁਤ ਚਲਾਕੀਆਂ ਨਾਲ ਰਾਜ ਕਰਕੇ ਗਏ। ਇੰਨੀ ਵੱਡੀ ਕੰਟਰੀ ਤੇ ਤੁਸੀਂ ਦੇਖੋ, ਪਾਕਿਸਤਾਨ, ਬੰਗਲਾਦੇਸ਼, ਇੰਡੀਆ, ਅੱਜ ਦਾ ਇੰਨਾ ਹਿੱਸਾ ਤੁਸੀਂ ਦੇਖ ਕੇ ਚੱਲੋ ਕਿ ਕਿੰਨਾ ਵੱਡਾ ਏਰੀਆ ਸੀ ਜਿਹਦੇ ਤੇ ਉਹ ਰਾਜ ਕਰਕੇ ਗਏ ਹੈ। ਠੀਕ ਹੈ, ਤਾਂ ਸਾਰੇ ਹੀ ਤਰੀਕੇ ਸੀਗੇ। ਹੁਣ ਆਪਾਂ ਐਵੇਂ ਦੇਖਦੇ ਹਾਂ ਕੀ ਹੁਣ ਅੰਗਰੇਜ਼ਾਂ ਨੇ ਕੀ ਕਿਹਾ। ਅੰਗਰੇਜ਼ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ, ਬਟ ਹੋਇਆ ਕਿ 1914 ਤੋਂ 1918 ਵਿੱਚ ਫਸਟ ਵਰਲਡ ਵਾਰ ਜਦੋਂ ਚੱਲਿਆ ਸੀਗਾ, ਕੀ ਚੱਲਿਆ ਸੀ? ਫਸਟ ਵਰਲਡ ਵਾਰ ਜਦੋਂ ਚੱਲਿਆ ਸੀ ਤਾਂ ਇਸ ਫਸਟ ਵਰਲਡ ਵਾਰ ਦੇ ਵਿੱਚ ਇੰਡੀਅਨਸ ਜਿਹੜੇ ਨੇ
ਇੰਡੀਅਨਸ ਪੀਪਲ ਨੇ ਉਹ ਬ੍ਰਿਟਿਸ਼ ਆਰਮੀ ਦੇ ਵਿੱਚ ਦਾਖਲ ਹੋਏ ਸੀਗੇ, ਬ੍ਰਿਟਿਸ਼ ਆਰਮੀ ਦੇ ਵਿੱਚ ਦਾਖਲ ਹੋਏ ਸੀ ਕਿਉਂਕਿ ਉਹਨਾਂ ਨੂੰ ਲੋੜ ਸੀਗੀ, ਬ੍ਰਿਟਿਸ਼ਰਸ ਨੂੰ ਲੋੜ ਸੀ ਕਿਉਂਕਿ ਕੀ ਚੱਲ ਰਿਹਾ ਸੀ, ਵਰਲਡ ਵਾਰ ਚੱਲ ਰਿਹਾ ਸੀਗਾ। ਤੇ ਇਹ ਭਰਤੀ ਜਿਹੜੀ ਕਰਵਾਈ ਸੀ, ਇਹ ਕਰਵਾਈ ਸੀਗੀ ਮਹਾਤਮਾ ਗਾਂਧੀ ਜੀ ਨੇ। ਕਿਹਨੇ ਕਰਵਾਈ ਸੀਗੀ? ਮਹਾਤਮਾ ਗਾਂਧੀ ਜੀ ਨੇ ਇਹ ਭਰਤੀ ਕਰਵਾਈ ਸੀ ਵੀ ਜਾਓ, ਤੁਹਾਨੂੰ ਰੋਜ਼ਗਾਰ ਦੀ ਲੋੜ ਹੈ, ਤੁਸੀਂ ਅੰਗਰੇਜ਼ਾਂ ਦੀ ਸੈਨਾ ਦੇ ਵਿੱਚ ਜਾ ਕੇ ਦਾਖਲ ਹੋ ਜਾਓ, ਠੀਕ ਹੈ, ਤੇ ਤੁਹਾਨੂੰ ਰੋਜ਼ਗਾਰ ਇਸ ਤੋਂ ਤੁਸੀਂ ਆਪਦਾ ਗੁਜ਼ਾਰਾ ਜਿਹੜਾ ਉਹ ਕਰ ਸਕਦੇ ਹੋ ਵਧੀਆ ਤਰੀਕੇ ਨਾਲ, ਠੀਕ ਹੈ। ਹੁਣ ਹੋਇਆ ਕੀ ਫਿਰ, ਅੰਗਰੇਜ਼ਾਂ ਨੇ ਇਸ ਚੀਜ਼ ਤੋਂ ਵਧੀਆ ਲੱਗਿਆ ਵੀ ਹਾਂਜੀ ਗਾਂਧੀ ਤਾਂ ਸਾਡੇ ਲਈ ਬਹੁਤ ਵਧੀਆ ਕੰਮ ਕਰ ਰਿਹਾ, ਤਾਂ ਕੇਸਰੇ ਏ ਹਿੰਦ ਦੀ ਉਪਾਧੀ ਜਿਹੜੀ ਹੈ ਉਹ ਗਾਂਧੀ ਨੂੰ ਦਿੱਤੀ ਇਹਨਾਂ ਨੇ, ਕੇਸਰੇ ਏ ਹਿੰਦ ਦੀ ਉਪਾਧੀ, ਠੀਕ ਹੈ, ਕੇਸਰੇ ਏ ਹਿੰਦ ਗਾਂਧੀ ਜੀ ਨੂੰ ਦਿੱਤੀ ਸੀਗੀ। ਹੁਣ ਇੱਕ ਚੀਜ਼ ਸੋਚੋ ਕਿ ਇਹਨਾਂ ਨੇ ਕੀ ਕਿਹਾ ਸੀ, ਭਰਤੀ ਕਰਾਉਣ ਵਾਲਾ ਸਰਜੈਂਟ, ਭਰਤੀ ਕਰਾਉਣ ਵਾਲਾ ਸਰਜੈਂਟ ਕਿਹਾ ਗਾਂਧੀ ਨੂੰ, ਕਿਨੇ? ਅੰਗਰੇਜ਼ਾਂ ਨੇ, ਕਿਉਂਕਿ ਉਹ ਭਰਤੀ ਕਰਵਾ ਰਿਹਾ ਸੀ। ਹੁਣ ਦੇਖੋ ਹੋਇਆ ਕਿ ਫਿਰ 1939 ਦੇ ਵਿੱਚ ਸ਼ੁਰੂਆਤ ਹੋ ਜਾਂਦੀ ਹੈ ਸੈਕਿੰਡ ਵਰਲਡ ਵਾਰ ਦੀ, ਸੈਕਿੰਡ ਵਰਲਡ ਵਾਰ ਦੀ। 1934 ਚ MN ਰੋਏ ਨੇ ਡਿਮਾਂਡ ਕਰੀ, ਅੰਗਰੇਜ਼ ਨਹੀਂ ਮੰਨੇ। ਫਿਰ 1939 ਦੇ ਵਿੱਚ ਕੀ ਹੋ ਜਾਂਦਾ ਹੈ, ਸੈਕਿੰਡ ਵਰਲਡ ਵਾਰ ਸ਼ੁਰੂ ਹੋ ਜਾਂਦਾ ਹੈ। ਅੰਗਰੇਜ਼ਾਂ ਨੂੰ ਦੁਬਾਰਾ ਤੋਂ ਲੋੜ ਪੈਂਦੀ ਹੈ ਇੰਡੀਅਨਸ ਦੀ, ਅੰਗਰੇਜ਼ਾਂ ਨੂੰ ਦੁਬਾਰਾ ਤੋਂ ਲੋੜ ਪੈਂਦੀ ਹੈ ਕਿਹਦੀ? ਇੰਡੀਅਨਸ ਦੀ ਲੋੜ ਪੈਂਦੀ ਹੈ। ਪਰ ਇਸ ਵਾਰ ਅੰਗਰੇਜ਼ ਕਹਿੰਦੇ ਜੀ ਨਾ ਜੀ, ਕਿਉਂਕਿ ਇੰਡੀਅਨਸ ਕਹਿੰਦੇ ਨਾ ਜੀ ਪਹਿਲਾਂ ਬਹੁਤ ਹੈਲਪ ਕਰ ਲਈ, ਹੁਣ ਨਹੀਂ ਇਹ ਕੰਮ ਹੋਣਾ, ਬਿਕੋਜ਼ ਅਸੀਂ ਤੁਹਾਡੇ ਤੋਂ ਜਿਹੜੀ ਡਿਮਾਂਡਾਂ ਕਰ ਰਹੇ ਹਾਂ ਉਹ ਤਾਂ ਤੁਸੀਂ ਪੂਰੀਆਂ ਨਹੀਂ ਕਰ ਰਹੇ, ਤੇ ਸਾਡੀ ਤੁਹਾਨੂੰ ਹਰ ਟਾਈਮ ਲੋੜ ਪੈਂਦੀ ਹੈ, ਇਹ ਕੰਮ ਨਹੀਂ ਹੋਊਗਾ, ਹਨਾ। ਤੇ ਫਿਰ ਤੁਸੀਂ ਆਪ ਦੇਖੋ ਨਾ, ਉਸ ਉਦੋਂ ਜਦੋਂ 1917 ਦੇ 17 ਦੇ ਵਿੱਚ ਹੈਲਪ ਕਰੀ ਸੀਗੀ, ਉਸ ਤੋਂ ਬਾਅਦ 1919 ਵਿੱਚ ਜਲਿਆਂਵਾਲਾ ਬਾਗ ਹੱਤਿਆਕਾਂਡ ਹੁੰਦਾ ਹੈ, ਹੋਰ ਵੀ ਬਹੁਤ ਸਾਰੀਆਂ ਟ੍ਰੈਜੇਡੀਜ਼ ਹੁੰਦੀਆਂ ਨੇ ਜੋ ਦਿਲ ਹਿਲਾਉਣ ਵਾਲੀਆਂ ਹੁੰਦੀਆਂ ਨੇ, ਜੋ ਅੰਗਰੇਜ਼ਾਂ ਦੇ ਦੁਆਰਾ ਕੀਤੀਆਂ ਗਈਆਂ ਭਾਰਤੀਆਂ ਤੇ। ਇਸ ਕਰਕੇ ਜਿਹੜੇ ਇੰਡੀਆ ਵਾਲੇ ਸੀਗੇ, ਲੀਡਰ ਸੀਗੇ, ਉਹਨਾਂ ਨੂੰ ਸੀਗਾ ਜਿੰਨੀ ਛੇਤੀ ਆਜ਼ਾਦ ਕਰਵਾ ਲਿਆ ਜਾਏ ਇੰਡੀਆ ਨੂੰ, ਬਹੁਤ ਵਧੀਆ ਗੱਲ ਹੋਊਗੀ, ਠੀਕ ਹੈ। ਹੁਣ ਹੋਇਆ ਕਿ ਫਿਰ ਕੀ ਹੋਇਆ ਕਿ ਹੁਣ ਲੋੜ ਪਈ, ਇੰਡੀਅਨਸ ਮੁਕਰ ਗਏ। ਫਿਰ ਆਂਦਾ 1940 ਦਾ ਅਗਸਤ ਆਫਰ, 1940 ਅਗਸਤ ਆਫਰ, ਠੀਕ ਹੈ, ਅਗਸਤ ਪ੍ਰਸਤਾਵ 1940 ਦਾ, ਠੀਕ ਹੈ। ਅੰਗਰੇਜ਼ਾਂ ਦੇ ਕੁਝ ਮਤਲਬ ਵੀ ਇਹਦੇ ਵਿੱਚ ਅੰਗਰੇਜ਼ ਕੀ ਕਰਦੇ ਨੇ, ਕੁਝ ਡਿਮਾਂਡਸ ਰੱਖਦੇ ਨੇ, ਕੁਝ ਰੂਲਸ ਬਣਾਉਂਦੇ ਨੇ, ਸਮਝ ਆਈ ਇਹ ਗੱਲ ਨਹੀਂ। ਅਗਸਤ ਆਫਰ ਚ ਤੇ ਅਗਸਤ ਆਫਰ ਦੇ ਟਾਈਮ ਤੇ ਜਿਹੜਾ ਵਾਇਸਰਾਈ ਸੀਗਾ ਉਹ ਸੀਗਾ ਲਾਰਡ ਲਿਨਲਿਥਗੋ, ਲਾਰਡ ਲਿਨਲਿਥਗੋ, ਜਿਹੜਾ ਵਾਇਸਰਾਈ ਸੀ ਉਹ ਕੋਡ ਸੀ ਲਾਰਡ ਲਿਨਲਿਥਗੋ। ਇਹਨੇ ਹੀ ਅਗਸਤ ਆਫਰ ਕਰਿਆ ਸੀ ਇੰਡੀਅਨਸ ਨੂੰ, ਤੇ ਇਹਨੇ ਕੀ ਕਿਹਾ ਸੀਗਾ, ਚਲੋ ਜੀ ਠੀਕ ਹੈ, ਜਿਹੜਾ ਜਦੋਂ ਸੈਕਿੰਡ ਵਰਲਡ ਵਾਰ ਦੇ ਬਾਅਦ ਅਸੀਂ ਕੀ ਕਰ ਦਾਂਗੇ, ਤੁਹਾਨੂੰ ਕਨਸਟੀਟਿਊਸ਼ਨ ਬਣਾਉਣ ਦੀ ਕੀ ਦੇ ਦਾਂਗੇ, ਇਜਾਜ਼ਤ ਦੇ ਦਾਂਗੇ। ਸੈਕਿੰਡ ਵਰਲਡ ਵਾਰ ਤੋਂ ਬਾਅਦ ਕੀ ਕਿਹਾ, ਸੈਕਿੰਡ ਵਰਲਡ ਵਾਰ ਤੋਂ ਬਾਅਦ। ਬਟ ਇੰਡੀਅਨਸ ਕਹਿੰਦੇ ਕਿ ਪਹਿਲਾਂ ਕਿਉਂ ਨਹੀਂ ਪਈ, ਬਾਅਦ ਚ ਹੀ ਕਿਉਂ? ਕਿਹਾ ਕਿ ਜਿਹੜੀ ਗਵਰਨਰ ਜਨਰਲ ਦੀ ਕਾਉਂਸਿਲ ਹੋਗੀ ਨਾ, ਇਹ ਫਸਟ ਪੁਆਇੰਟ ਤਾਂ ਇਹ। ਸੈਕਿੰਡ ਕੀ ਕਿਹਾ ਅੰਗਰੇਜ਼ਾਂ ਨੇ, ਗਵਰਨਰ ਜਨਰਲ ਦੀ ਕਾਉਂਸਿਲ ਦੇ ਵਿੱਚ, ਕਾਉਂਸਿਲ ਦੇ ਵਿੱਚ ਮੈਕਸਿਮਮ ਇੰਡੀਅਨਸ ਹੋਣਗੇ। ਮੈਕਸਿਮਮ ਕੌਣ ਹੋਣਗੇ? ਇੰਡੀਅਨਸ ਹੋਣਗੇ, ਠੀਕ ਹੈ। ਥਰਡ ਪੁਆਇੰਟ ਜਿਹੜਾ ਇਹਨਾਂ ਨੇ ਕਿਹਾ, ਥਰਡ ਪੁਆਇੰਟ ਕਿਹਾ ਕਿ ਇੱਕ ਵਾਰ ਐਡਵਾਈਜ਼ਰੀ ਕਮੇਟੀ ਦਾ ਜਿਹੜਾ ਉਹ ਗਠਨ ਕੀਤਾ ਜਾਊਗਾ, ਵਾਰ ਐਡਵਾਈਜ਼ਰੀ ਕਮੇਟੀ ਦਾ ਗਠਨ ਕੀਤਾ ਜਾਊਗਾ, ਤੇ ਉਹਦੇ ਵਿੱਚ ਇੰਡੀਅਨਸ ਨੂੰ ਕੀ ਕਰਿਆ ਜਾਊਗਾ, ਇਨਵੋਲਵ ਕਰਿਆ ਜਾਊਗਾ। ਬਟ ਇੰਡੀਅਨਸ ਕਹਿੰਦੇ ਇਹਦੇ ਵਿੱਚ ਸਾਡੇ ਕੀ ਫਾਇਦੇ ਦੀ ਗੱਲ ਹੈ, ਸਾਡੇ ਫਾਇਦੇ ਤੇ ਕੋਈ ਵੀ ਗੱਲ ਨਹੀਂ ਹੋਈ ਵੀ ਅਗਸਤ ਆਫਰ ਜਿਹੜਾ ਤੁਸੀਂ ਲੈ ਕੇ ਆਏ ਹੋ ਇਹਦੇ ਵਿੱਚ ਸਾਨੂੰ ਤਾਂ 1% ਦਾ ਵੀ ਕੋਈ ਬੈਨੀਫਿਟ ਨਹੀਂ ਲੱਗਿਆ, ਵੀ ਦੱਸੋ ਸਾਡੇ ਬੈਨੀਫਿਟ ਦੀ ਕੀ ਗੱਲ ਹੈ। ਤਾਂ ਜਿਹੜੇ ਇੰਡੀਅਨ ਸੀਗੇ ਉਹਨਾਂ ਨੇ ਕਿਹਾ ਵੀ ਇਹ ਆਫਰ ਤੁਸੀਂ ਆਪਦੇ ਕੋਲ ਹੀ ਰੱਖੋ, ਠੀਕ ਹੈ, ਵੀ ਯੁੱਧ ਤੋਂ ਬਾਅਦ ਅਸੀਂ ਕਿਉਂ, ਤੁਸੀਂ ਬਦਲ ਜੋ, ਵਿਸ਼ਵਾਸ ਤਾਂ ਸਾਨੂੰ ਤੁਹਾਡੇ ਤੇ ਪਹਿਲਾਂ ਹੀ ਨਹੀਂ ਹੈਗਾ, ਠੀਕ ਹੈ, ਉਹ ਯੁੱਧ ਤੋਂ ਬਾਅਦ ਤੁਸੀਂ ਮੁਕਰ ਜੋ, ਫਿਰ ਅਸੀਂ ਕੀ ਕਰਾਂਗੇ। ਇਹਦੇ ਤੇ ਕੀ ਲੱਗ ਗਿਆ, ਕਰੋਸ ਲੱਗ ਗਿਆ। ਉਸ ਤੋਂ ਬਾਅਦ ਦੇਖੋ ਕੀ ਹੋਇਆ, ਹੁਣ ਅੰਗਰੇਜ਼ਾਂ ਨੇ ਇਸ ਤੋਂ ਬਾਅਦ ਜਦੋਂ ਆ ਕੈਂਸਲ ਹੋ ਗਿਆ, ਅੰਗਰੇਜ਼ਾਂ ਨੇ ਇੰਡੀਅਨਸ ਦੀ ਗੱਲ ਤਾਂ ਮੰਨੀ, ਬਟ ਮੰਨੀ ਥੋੜੇ ਜਿਹੇ ਐਵੇਂ ਦੇ ਤਰੀਕੇ ਨਾਲ ਕਿ ਇੰਡੀਅਨਸ ਨੇ ਉਸ ਚੀਜ਼ ਨੂੰ ਮੰਨਿਆ ਹੀ ਨਹੀਂ, ਠੀਕ ਹੈ, ਕਿ ਜਿਹੜਾ ਅਗਸਤ ਪ੍ਰਸਤਾਵ ਸੀਗਾ ਆ ਗੱਲ ਮੰਨਣ ਵਾਲੀ ਸੀਗੀ ਵੀ ਤੁਹਾਨੂੰ ਸੰਵਿਧਾਨ ਬਣਾ ਦਾਂਗੇ,
ਬਣਵਾਉਣ ਦਾਂਗੇ ਬਟ 19 ਸੈਕੰਡ ਵਰਲਡ ਵਾਰ ਤੋਂ ਬਾਅਦ। ਆ ਗੱਲ ਮੰਨਣ ਵਾਲੀ ਗੱਲ ਸੀ ਬਟ ਇਹਨਾਂ ਤੋਂ ਇੰਡੀਅਨਸ ਨੇ ਨਕਾਰਤਾ ਬਿਕੋਜ਼ ਉਹ ਕਹਿੰਦੇ ਕਿ ਅਸੀਂ ਬਾਅਦ ਚ ਨਹੀਂ, ਅਸੀਂ ਹੁਣੇ ਬਣਾਉਣਾ ਹੈ ਕਨਸਟੀਟਿਊਸ਼ਨ। ਠੀਕ ਹੈ, ਉਸ ਤੋਂ ਬਾਅਦ ਪੰਡਿਤ ਜਿਹੜਾ ਜਵਾਹਰ ਲਾਲ ਨਹਿਰੂ ਸੀਗਾ, ਪੰਡਿਤ JL ਨਹਿਰੂ ਨੇ ਅਗਸਤ ਪ੍ਰਸਤਾਵ ਨੂੰ ਦਰਵਾਜ਼ੇ ਤੇ ਲੱਗੀ ਹੋਈ ਜੰਗ ਕਿਹਾ, ਲੱਗੀ ਹੋਈ ਜੰਗ ਕਿਹਾ, ਦਰਵਾਜ਼ੇ ਤੇ ਲੱਗੀ ਹੋਈ ਕਿੱਲ ਨੂੰ ਜੰਗ ਕਿਹਾ। ਵੀ ਮਤਲਬ ਜਿਹੜੀ ਦਰਵਾਜ਼ੇ ਤੇ ਕਿੱਲ ਲੱਗੀ ਹੁੰਦੀ ਹੈ ਉਹਨੂੰ ਜਿਸ ਟਾਈਪ ਨਾਲ ਜੰਗ ਲੱਗ ਜਾਂਦੀ ਹੈ ਨਾ, ਉਸ ਟਾਈਪ ਨਾਲ ਇਹ ਅਗਸਤ ਪ੍ਰਸਤਾਵ ਹੈ। ਐਵੇਂ ਦੇ ਜਿਹੜੇ ਕਥਨ ਹੁੰਦੇ ਆ ਅੱਡ-ਅੱਡ ਉਹ ਦਿੱਤੇ ਸੀਗੇ। ਕਲੀਅਰ ਹੈ ਇੰਨੀ ਗੱਲ? ਠੀਕ ਹੈ, ਫਿਰ ਉਸ ਤੋਂ ਬਾਅਦ ਕਾਂਗਰਸ ਨੇ ਅਗਸਤ ਪ੍ਰਸਤਾਵ ਨੂੰ ਕੀ ਕਰਤਾ, ਰਿਜੈਕਟ ਕਰਤਾ। ਫਿਰ ਜਿਹੜੇ ਗਾਂਧੀ ਜੀ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਚਲਾਓ, ਵਿਅਕਤੀਗਤ ਸੱਤਿਆਗ੍ਰਹਿ ਚਲਾਓ। ਠੀਕ ਹੈ, ਵਿਅਕਤੀਗਤ ਸੱਤਿਆਗ੍ਰਹਿ ਚਲਾਓ। ਇਹ ਗਾਂਧੀ ਜੀ ਵਿਅਕਤੀਗਤ ਸੱਤਿਆਗ੍ਰਹਿ ਲੈ ਕੇ ਆਏ ਸੀਗੇ, ਜਿਹਨੂੰ ਤੁਸੀਂ ਕੀ ਕਹਿੰਦੇ ਹੋ, ਇੰਡੀਵਿਜੂਅਲ ਸੱਤਿਆਗ੍ਰਹਿ ਕਹਿੰਦੇ ਹੋ, ਇੰਡੀਵਿਜੂਅਲ ਸੱਤਿਆਗ੍ਰਹਿ ਕਹਿੰਦੇ ਹੋ, ਸੱਤਿਆਗ੍ਰਹਿ ਕਹਿੰਦੇ ਹੋ। ਕੀ ਕਹਿੰਦੇ ਹੋ, ਇੰਡੀਵਿਜੂਅਲ ਸੱਤਿਆਗ੍ਰਹਿ ਦੇ ਨਾਮ ਤੋਂ ਜਾਣਦੇ ਆ ਜਿਹਨੂੰ। ਠੀਕ ਹੈ, ਇੰਡੀਵਿਜੂਅਲ ਸੱਤਿਆਗ੍ਰਹਿ। ਅੱਛਾ, ਪੇਪਰ 'ਚ ਕੁਐਸਚਨ ਆ ਜਾਏ ਕਿ ਵਿਅਕਤੀਗਤ ਸੱਤਿਆਗ੍ਰਹਿ ਨੂੰ ਮੰਨਣ ਵਾਲਾ ਪਹਿਲਾ ਪਰਸਨ ਕੌਣ ਸੀ, ਤਾਂ ਤੁਸੀਂ ਦੱਸਾਂਗੇ ਆਚਾर्य ਵਿਨੋਬਾ ਭਾਵੇ। ਆਚਾर्य ਵਿਨੋਬਾ ਭਾਵੇ ਕੌਣ ਸੀਗਾ, ਆਚਾर्य ਵਿਨੋਬਾ ਭਾਵੇ। ਤੇ ਦੂਜਾ ਜਿਹੜਾ ਪਰਸਨ ਸੀਗਾ, ਸੈਕੰਡ ਪਰਸਨ ਸੀਗਾ, ਉਹ ਸੀਗਾ JL ਨਹਿਰੂ। ਠੀਕ ਹੈ, ਇਹ ਜਿਹੜਾ ਵਿਅਕਤੀਗਤ ਸੱਤਿਆਗ੍ਰਹਿ ਇਹਨੂੰ ਦਿੱਲੀ ਚੱਲੋ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਦਿੱਲੀ ਚਲੋ ਦੇ ਨਾਮ ਤੋਂ ਵੀ ਜਾਣਿਆ ਜਾਂਦਾ। ਕਿਸ ਨਾਮ ਤੋਂ ਜਾਣਿਆ ਜਾਂਦਾ? ਦਿੱਲੀ ਚਲੋ। ਠੀਕ ਹੈ, ਦਿੱਲੀ ਚਲੋ ਦੇ ਨਾਮ ਤੋਂ ਵੀ ਇਹਨੂੰ ਜਾਣਿਆ ਜਾਂਦਾ। ਫਿਰ 1942 ਦੇ ਵਿੱਚ ਆਂਦਾ ਭਾਰਤ ਦੇ ਵਿੱਚ ਕ੍ਰਿਪਸ ਮਿਸ਼ਨ, ਉਹਦੇ ਵੀ ਕੁਝ ਐਵੇਂ ਦੇ ਰੂਲ ਸੀ, ਉਹਨੂੰ ਵੀ ਇੰਡੀਅਨਸ ਨੇ ਨਹੀਂ ਜਾਣਿਆ ਸੀਗਾ। ਇਹਦੇ ਬਾਰੇ ਆਪਾਂ ਜ਼ਿਕਰ ਕਰਾਂਗੇ ਕੱਲ। ਅੱਜ ਦੀ ਕਲਾਸ ਵਿੱਚ ਇੰਨਾ ਹੀ। ਠੀਕ ਹੈ, ਇਹ ਛੋਟੇ ਛੋਟੇ ਅਸੀਂ ਡੈਮੋ ਤਾਂ ਦਿੱਤੇ ਆ ਤਾਂ ਕਿ ਤੁਹਾਨੂੰ ਪਤਾ ਲੱਗੇ ਅਸੀਂ ਕਿਵੇਂ ਦਾ ਕੰਟੈਂਟ ਦੇ ਰਹੇ ਹਾਂ। ਬਹੁਤ ਵਧੀਆ ਕੰਟੈਂਟ ਆ, ਤੁਸੀਂ ਟੈਨਸ਼ਨ ਨਾ ਲਓ। ਠੀਕ ਹੈ, ਤੇ ਜੇ ਵਧੀਆ ਲੱਗੇ ਤਾਂ 2 ਦਿਨ ਬਾਅਦ 2 ਦਿਨ ਡੈਮੋ ਰਹੂਗਾ 20-20 ਮਿੰਟ ਦਾ। ਉਸ ਤੋਂ ਬਾਅਦ ਤੁਸੀਂ ਕਲਾਸ ਜੁਆਇਨ ਕਰ ਸਕਦੇ ਹੋ। ਡੈਮੋ ਦੇ ਵਿੱਚ ਕਲਾਸ ਰਹੂਗੀ 40+ ਮਿੰਟ ਦੀ ਰਹੂਗੀ ਕਲਾਸ। ਤੇ ਮਤਲਬ ਕਿ ਕਲਾਸ ਵੀਡੀਓ ਦੇ ਵਿੱਚ ਪੋਲਿਟੀ ਅੱਡ ਤੋਂ ਹੈ, ਕੋਰਸ ਪਰਚੇਜ ਕਰ ਲੈਣਾ, ਉਹ 1 ਤੋਂ ਸ਼ੁਰੂ ਹੋ ਰਿਹਾ। ਤੇ ਆਪਣੀ ਜਿਹੜੀ ਆਹ ਵਾਲੀ ਕਲਾਸ ਹੈ ਇਹ 199 ਦੀ ਆਪਾਂ ਤੁਹਾਨੂੰ ਦੇ ਹੀ ਰਹੇ ਹਾਂ। ਵੀਡੀਓ ਵਾਲਾ ਬੈਚ ਪਰਚੇਜ ਕਰ ਲਿਓ। ਥੈਂਕ ਯੂ ਸੋ ਮਚ।